मैं समझदा मैं किन्नी वार किसानां नूं बेनती कर ली भी जिन्ना चिर पीयूष गोयल दलाल विच बैठा किन्नियां मीटिंगां कर लो, अडानी अबानी बैठा सामने, एक मीटिंग थोड़ी सफल नहीं होनी। बस भर के आपां आ जाने आ, पिछे किसानां दीयां मौतां हो जांदियां, रोज़ शहीद हो जांदे आ, हुंदे आ कि नहीं शहीद? ते फिर इन्हां दा की जांदा? ये मौज नाल स्वाद लैके तुसीं बाद दे विच तोमर दी इंटरव्यू सुनिया करो जिहड़ी ओह बाਅद च करदा मीडिया नूं, ਉਹ 'ਚ ਕਿਸ ਤਰੀਕੇ ਨਾਲ ਖੁਸ਼ੀ ਦੇਖਿਆ ਕਰੋ ਉਹਦੇ ਚਿਹਰੇ ਤੇ ਵੀ ਅੱਜ ਕਿਵੇਂ ਅਸੀਂ ਕਿਸਾਨਾਂ ਨੂੰ ਸਾਰਾ ਦਿਨ ਬੇਵਕੂਫ ਬਣਾ ਕੇ ਤੋਰਿਆ। ਉਹ ਤਾਂ ਤਾਰੋ ਤਾਜ਼ਾ ਬਦਾਮ ਰੋਜ਼ ਖਾ ਕੇ, ਬਦਾਮ ਰੋਗਨ ਸਿਰਾਂ ਤੇ ਮਾਲਿਸ਼ ਕਰਾ ਕੇ, ਤੇ ਬਾਬਾ ਰਾਮਦੇਵ ਆ ਜਿਹੜਾ ਉਹਦੇ ਕੁਸ਼ਤੇ ਆਉਂਦੇ ਆ ਬਣ ਕੇ ਉਹਨਾਂ ਨੂੰ, ਤੇ ਉਹ ਤਾਂ ਤਰੋ ਤਾਜ਼ਾ ਦਿਮਾਗ ਰੋ। ਤੁਸੀਂ ਆਉਣਾ ਹੁੰਦਾ ਮੀਂਹ 'ਚ ਉੱਠ ਕੇ, ਉਹ ਆਉਂਦੇ ਆਲੀਸ਼ਾਨ ਗੱਡੀਆਂ 'ਚ, ਤੁਸੀਂ ਆਉਂਦੇ ਹੋ ਬੱਸ 'ਚ ਬਹਿ ਕੇ, ਤੇ ਤੁਸੀਂ ਉਹਨਾਂ ਦਾ ਮੁਕਾਬਲਾ ਬੋਲਣ 'ਚ ਨਹੀਂ ਕਰ ਸਕਦੇ। ਉਹ ਪਿੱਛੇ ਅਫਸਰਾਂ ਦੀਆਂ ਟੀਮਾਂ ਬੈਠੀਆਂ ਹੁੰਦੀਆਂ ਉਹਨਾਂ ਦੀਆਂ, ਉਹ ਤਾਂ ਰੋਜ਼ ਤੁਹਾਨੂੰ ਗਮਰਾਹ ਕਰਕੇ ਤੋੜ ਦੇਣਗੇ। ਮੈਂ ਇਹ ਗੱਲ ਕਹਿਣਾ ਨਾ, ਜਦੋਂ ਰੋਜ਼ 60-70 ਬੰਦੇ 8 ਤੱਕ ਹੋਰ ਡੈਥ ਹੋ ਜਾਏਗੀ, ਤੇ ਤੁਸੀਂ ਕਹਿ ਦਿਓ ਵੀ ਅਸੀਂ ਆਪਣੀ ਜਾਨ ਦਿੰਨੇ ਆ ਭਾਈ, ਆਹ ਬੈਠੇ ਆ, ਨਾ ਲੰਗਰ ਨਾ ਚਾਹ ਨਾ ਪਾਣੀ, ਜਿੰਨਾ ਚਿਰ ਫੈਸਲਾ ਨਹੀਂ ਕਰਦੇ ਆ ਕਮਰੇ 'ਚੋਂ ਬਾਹਰ ਨਹੀਂ ਜਾਂਦੇ। ਫਿਰ ਦੇਖਾਂਗੇ ਕੀ ਕਰਦੇ ਆ। ਦੇਖੋ ਲੋਕੀ ਕਿਵੇਂ ਇਹਨਾਂ ਦੇ ਦਰਵਾਜ਼ੇ ਨਹੀਂ ਭੰਨਦੇ, ਕਿਵੇਂ ਇਹਨਾਂ ਦੇ ਦਫ਼ਤਰ ਨਹੀਂ ਭੰਨਦੇ, ਤੁਸੀਂ ਦੇਖਿਓ ਹਾਲ ਇਹਨਾਂ ਦਾ ਬਣਦਾ ਕੀ ਆ। ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਖੜੇ ਹਾਂ ਜੰਤਰ ਮੰਤਰ ਦਿੱਲੀ ਵਿਖੇ, ਜਿੱਥੇ ਕਿ ਕਾਂਗਰਸ ਪਾਰਟੀ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਐਮਪੀ ਰਮਨੀਤ ਸਿੰਘ ਬਿੱਟੂ ਪਿਛਲੇ ਕਈ ਦਿਨਾਂ ਤੋਂ ਇੱਥੇ ਜੰਤਰ ਮੰਤਰ ਧਰਨਾ ਵਿਖੇ ਲਾ ਕੇ ਬੈਠੇ ਹਨ। ਮੀਂਹ ਪੈ ਰਿਹਾ, ਚਾਹੇ ਕੜਾਕੇ ਦੀ ਠੰਡ ਆ, ਉਹ ਵੀ ਕਹਿੰਦੇ ਵੀ ਮੈਂ ਕਿਸਾਨਾਂ ਵਾਂਗ ਇਹ ਫੀਲ ਕਰ ਰਿਹਾ ਵਾਂ ਵੀ ਚਾਹੇ ਕੜਾਕੇ ਦੀ ਠੰਡ ਹੋਵੇ ਪਰ ਮੈਂ ਉਹਨਾਂ ਦੇ ਹੱਕਾਂ ਲਈ ਧਰਨਾ ਦੇਵਾਂਗਾ। ਤੇ ਕਾਂਗਰਸ ਪਾਰਟੀ ਹੈ ਕਿ ਜੀ ਜਿਹਨੇ ਧਰਨਾ ਦਿੱਤਾ ਜਾ ਰਿਹਾ, ਤੇ ਰਮਨੀਤ ਸਿੰਘ ਬਿੱਟੂ ਮੌਸਮ ਵੀ ਖਰਾਬ ਆ, ਮੀਂਹ ਵੀ ਬਹੁਤ ਆ, ਇਸ ਦੇ ਬਾਵਜੂਦ ਵੀ ਉਹ ਧਰਨੇ ਵਿੱਚ ਬੈਠੇ ਨੇ ਇੱਥੇ, ਤੇ ਉਹਨਾਂ ਦਾ ਜਿਹੜਾ ਇਹ ਤੰਬੂ ਆ ਜਿਹਦੇ ਵਿੱਚ ਉਹ ਮੌਸਮ ਦੇ ਵਿੱਚ ਵੀ ਉਹ ਇੱਥੇ ਬੈਠੇ ਨੇ। ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਵੀ ਕਿਸਾਨ ਅੰਦੋਲਨ ਦੀ ਇੱਕ ਪਾਸੇ ਸਰਕਾਰ ਨਹੀਂ ਮੰਨ ਰਹੀ, ਉਹਨਾਂ ਦਾ ਕੀ ਕਹਿਣਾ ਵਾ ਤੇ ਕੀ ਉਹਨਾਂ ਦੇ ਵਿਊ ਨੇ ਇਸ ਬਾਰੇ। ਹਾਂਜੀ ਬਿੱਟੂ ਜੀ, ਇੱਕ ਮਿੰਟ ਜੀ। ਇਹ ਬਿੱਟੂ ਜੀ ਦਾ ਆਸ਼ੀਆਨਾ ਜਿਹੜਾ ਇਹ ਧਰਨੇ ਜੰਤਰ ਮੰਤਰ ਉੱਤੇ ਬਣਾਇਆ ਹੋਇਆ ਇਹਨਾਂ ਨੇ। ਹਾਂਜੀ ਬਿੱਟੂ ਸਾਹਿਬ, ਬਿੱਟੂ ਜੀ ਜਿਹੜਾ ਇਹ ਹੁਣ ਕਾਂਗਰਸ ਦਾ ਜਿਹੜੀ ਕਿਸਾਨ ਤੇ ਜਿਹੜੀ ਕੇਂਦਰ ਸਰਕਾਰ ਦੀ ਮੀਟਿੰਗ ਆ, ਉਹ 7ਵੀਂ ਮੀਟਿੰਗ ਵੀ ਬੇਸਿਕ ਰਹੀ ਆ। ਮੈਂ 1 ਮਿੰਟ ਬਾਹਰ ਆ ਜਾ, ਜੇ ਤੁਸੀਂ ਆਏ ਹੀ ਆ ਹੁਣ ਮੈਨੂੰ ਬਾਹਰ ਨਿਕਲ ਕੇ ਚੰਗੀ ਤਰ੍ਹਾਂ ਜੀ ਇਹਨਾਂ ਦੀ ਐਸੀ ਤੇ ਅਸੀਂ ਦੇ ਲੈਣ ਦਿਓ। ਦੇਖੋ ਗੱਲ ਇਹ ਆ ਬਈ ਇਹ ਜਿੰਨੇ ਵੀ ਮੈਂ ਸਮਝਦਾ ਮੈਂ ਕਿੰਨੀ ਵਾਰ ਕਿਸਾਨਾਂ ਨੂੰ ਬੇਨਤੀ ਕਰ ਲਈ ਵੀ ਜਿੰਨਾ ਚਿਰ ਪੀयूष गोयल दलाल ਵਿੱਚ ਬੈਠਾ ਕਿੰਨੀਆਂ ਮੀਟਿੰਗਾਂ ਕਰ ਲਓ, ਅਡਾਨੀ ਅਬਾਨੀ ਬੈਠਾ ਸਾਹਮਣੇ, ਇੱਕ ਮੀਟਿੰਗ ਤੁਹਾਡੀ ਸਫਲ ਨਹੀਂ ਹੋਣੀ। ਹੁਣ ਜਦੋਂ ਮੰਨੇ ਤਾਂ ਕੋਈ ਤਾਂ ਹੈ ਨਾ, ਬੱਸ ਭਰ ਕੇ ਆਪਾਂ ਆ ਜਾਂਦੇ ਆ, ਪਿੱਛੇ ਕਿਸਾਨਾਂ ਦੀਆਂ ਮੌਤਾਂ ਹੋ ਜਾਂਦੀਆਂ, ਰੋਜ਼ ਸ਼ਹੀਦ ਹੋ ਜਾਂਦੇ ਆ, ਹੁੰਦੇ ਆ ਕਿ ਨਹੀਂ ਸ਼ਹੀਦ? ਤੇ ਫਿਰ ਇਹਨਾਂ ਦਾ ਕੀ ਜਾਂਦਾ? ਇਹ ਮੌਜ ਨਾਲ ਸਵਾਦ ਲੈ ਕੇ ਤੁਸੀਂ ਬਾਅਦ ਦੇ ਵਿੱਚ ਤੋਮਰ ਦੀ ਇੰਟਰਵਿਊ ਸੁਣਿਆ ਕਰੋ ਜਿਹੜੀ ਉਹ ਬਾਅਦ ਚ ਕਰਦਾ ਮੀਡੀਆ ਨੂੰ, ਉਹ 'ਚ ਕਿਸ ਤਰੀਕੇ ਨਾਲ ਖੁਸ਼ੀ ਦੇਖਿਆ ਕਰੋ ਉਹਦੇ ਚਿਹਰੇ ਤੇ ਵੀ ਅੱਜ ਕਿਵੇਂ ਅਸੀਂ ਕਿਸਾਨਾਂ ਨੂੰ ਸਾਰਾ ਦਿਨ ਬੇਵਕੂਫ ਬਣਾ ਕੇ ਤੋਰਿਆ। ਪਿੱਛੇ ਲੱਖਾਂ ਲੋਕਾਂ ਦਾ ਮਜ਼ਾਕ ਉਡਾ ਰਿਹਾ ਉਹ। 8 ਤਰੀਕ ਨੂੰ ਜੇ ਕੋਈ ਫੈਸਲਾ ਨਾ ਹੋਇਆ ਤੇ ਕਿਸਾਨੋਂ ਨਿਕਲਿਓ ਨਾ, ਕਿਸਾਨ ਭਰਾਵੋ ਜਿਹੜੇ ਲੀਡਰ ਹੋ ਤੁਸੀਂ, ਉੱਥੇ ਅੰਦਰ ਬੰਦ ਕਰ ਲਿਓ ਦੋਨੋਂ ਮੰਤਰੀਆਂ ਨੂੰ, ਤੇ ਸੋਮ ਪ੍ਰਕਾਸ਼ ਜੀ ਤੁਸੀਂ ਨਾਲ ਕੁੰਡਾ ਲਾਇਓ ਮੂਰੇ ਹੋ ਕੇ ਜੇ ਪੰਜਾਬ ਦੇ ਤੈਸ਼ੀ ਹੋ। ਆਹ ਨਾਲ ਦੀ ਸੜਕ ਤੇ ਹੁੰਦੇ ਆ, ਆਹ ਨਾਲ ਦੀ ਸੜਕ ਤੇ ਹੁੰਦੇ ਆ। 8 ਨੂੰ ਅਸੀਂ ਵੀ ਉੱਥੇ ਪਹੁੰਚਾਂਗੇ। ਇਸ ਵਾਰ ਕਿਸਾਨਾਂ ਲੀਡਰਾਂ ਨੂੰ ਬੇਨਤੀ ਕਰਨ ਵੀ ਨਿਕਲਣਾ ਨਹੀਂ ਬਾਹਰ। ਕਿੰਨੇ ਕੁ ਮਰਾਈ ਜਾਈਏ ਯਾਰ, ਇੱਕ ਇੱਕ ਜਾਨ ਦਾ ਕੌਣ ਫਿਰ ਰਾਖਾ ਹੋਏ? ਅਸੀਂ ਕਾਹਦੇ ਲਈ ਬੈਠੇ ਹਾਂ ਉਰੇ? ਜੇ ਅਸੀਂ ਕਿਸਾਨਾਂ ਨੂੰ ਮਰਵਾਈ ਜਾਂਦੇ ਆ, ਆਪਣੇ ਪੰਜਾਬੀਆਂ ਨੂੰ ਮਰਵਾਈ ਜਾਂਦੇ ਆ, ਸ਼ਹੀਦ ਕਰਵਾਈ ਜਾਂਦੇ ਆ, ਸਾਡਾ ਕੀ ਫਾਇਦਾ? 1 ਮਹੀਨਾ ਹੋ ਗਿਆ ਸਾਨੂੰ ਉਰੇ ਬੈਠਿਆਂ ਨੂੰ। ਤੁਹਾਨੂੰ ਕੀ ਲੱਗਦਾ ਜਿਹੜੇ ਕਿਸਾਨ ਲੋਕ ਦੀ ਅਗਵਾਈ ਕਰ ਰਹੇ ਨੇ, ਜਿਹੜੀ ਜਥੇਬੰਦੀਆਂ ਕਿਸਾਨ ਆਗੂ ਨੇ, ਉਹ ਸਹੀ ਦਿਸ਼ਾ ਵੱਲ ਨਹੀਂ ਜਾ ਰਹੇ? ਨਹੀਂ, ਉਹ ਬੜੇ ਸਿਆਣੇ ਨੇ, ਉਹਨਾਂ ਨੇ ਬੜੇ ਅੰਦੋਲਨ ਦੇਖਿਆ, ਅਸੀਂ ਤਾਂ ਨਵੇਂ ਐਵੇਂ ਕਹੀਏ। ਪਰ ਗੱਲ ਇਹ ਆ ਵੀ ਅਸੀਂ ਜਿਵੇਂ ਉਮਰ ਦੇ ਹਿਸਾਬ ਨਾਲ ਸਾਨੂੰ ਜ਼ਿਆਦਾ, ਅਸੀਂ ਕਿਉਂਕਿ ਉਹ ਬਜ਼ੁਰਗ ਨੇ, 75-75 ਸਾਲ ਦੀ ਉਮਰ ਆ ਉਹਨਾਂ ਦੀ, ਉਹਨਾਂ ਨੇ ਦੇਖਿਆ ਸਾਰਾ ਕੁਝ। ਪਰ ਗੱਲ ਇਹ ਆ ਹਮੇਸ਼ਾ 8 ਮੀਟਿੰਗਾਂ ਹੋ ਗਈਆਂ ਯਾਰ, ਹਮੇਸ਼ਾ ਤਿਆਰੀ ਕਰਕੇ ਜਾ ਰਹੇ ਆ। ਤਿਆਰੀ ਤਾਂ ਕਾਹਦੀ ਤਿਆਰੀ ਕਰਕੇ ਜਾ ਰਹੇ ਜਦ ਆਪਾਂ ਕਹਿਤਾ ਵੀ 3 ਬਿੱਲ ਵਾਪਸ ਲੈਣੇ, MSP ਦੀ ਗਰੰਟੀ ਲੈਣੇ ਆ। ਕਿਹੜੇ ਕਾਨੂੰਨ ਫੋਲ ਕੇ ਲੈ ਕੇ ਜਾਂਦੇ ਆ ਜਿਹੜੇ ਕੱਢਣੇ ਆ? ਸਾਨੂੰ ਵੀ ਪਤਾ ਹੈ, ਅਸੀਂ ਵੀ ਪਾਰਲੀਮੈਂਟ ਜਦੋਂ ਬਿੱਲ ਹੋਏ ਉੱਥੇ ਹੀ ਸੀਗੇ, ਕਿਵੇਂ ਧੱਕੇ ਨਾਲ ਪਾਸ ਕੀਤੇ। ਊੜਾ ਆੜਾ ਉਦੋਂ 3 ਅਕਸ਼ਰਾਂ ਤੋਂ ਵੱਧ ਕੋਈ 3 ਬਿੱਲ ਨੇ,
ਉਦੋਂ ਅੱਗੇ ਜਾਣ ਦੀ ਗੱਲ ਕੀ ਆ? ਕਿ ਆਪਾਂ ਗੱਲ ਤਾਂ ਇਹ ਹੋਵੇ ਨਾ ਵੀ ਕੋਈ ਜੱਜ ਮੂਹਰੇ ਵਕੀਲਾਂ ਦੀ ਬਹਿਸ ਹੋ ਰਹੀ ਆ ਤੇ ਉਹ ਬਹਿਸ ਨਾਲ ਫੈਸਲਾ ਹੋਣਾ। ਆਪਾਂ ਤਾਂ ਇਹ ਗੱਲ ਕਹਿਤੀ ਵੀ ਅਸੀਂ ਭਾਈ ਇਹ ਮਾਫ ਜਿਹੜੇ ਤਿੰਨੋਂ ਕਾਨੂੰਨ ਨੇ ਉਹ ਵਾਪਸ ਕਰਾਉਣੇ ਆ, ਤੇ ਫਿਰ ਆਪਾਂ ਕਾਹਦੀ ਬਹਿਸ ਕਰਨੀ ਆ ਉਹਨਾਂ ਨਾਲ? ਉਹ ਤਾਂ ਤਾਰੋ ਤਾਜ਼ਾ ਬਦਾਮ ਰੋਜ਼ ਖਾ ਕੇ, ਬਦਾਮ ਰੋਗਨ ਸਿਰਾਂ ਤੇ ਮਾਲਿਸ਼ ਕਰਾ ਕੇ, ਤੇ ਬਾਬਾ ਰਾਮਦੇਵ ਆ ਜਿਹੜਾ ਉਹਦੇ ਕੁਸ਼ਤੇ ਆਉਂਦੇ ਆ ਬਣ ਕੇ ਉਹਨਾਂ ਨੂੰ, ਤੇ ਉਹ ਤਾਂ ਤਰੋ ਤਾਜ਼ਾ ਦਿਮਾਗ ਨੂੰ। ਤੁਸੀਂ ਆਉਣਾ ਹੁੰਦਾ ਮੀਂਹ 'ਚ ਉੱਠ ਕੇ, ਉਹ ਆਉਂਦੇ ਆਲੀਸ਼ਾਨ ਗੱਡੀਆਂ 'ਚ, ਤੁਸੀਂ ਆਉਣੇ ਹੋ ਬੱਸ 'ਚ ਬਹਿ ਕੇ, ਤੇ ਤੁਸੀਂ ਉਹਨਾਂ ਦਾ ਮੁਕਾਬਲਾ ਬੋਲਣ 'ਚ ਨਹੀਂ ਕਰ ਸਕਦੇ। ਉਹ ਪਿੱਛੇ ਅਫਸਰਾਂ ਦੀਆਂ ਟੀਮਾਂ ਬੈਠੀਆਂ ਹੁੰਦੀਆਂ ਉਹਨਾਂ ਦੀਆਂ, ਉਹ ਤਾਂ ਰੋਜ਼ ਤੁਹਾਨੂੰ ਗੁੰਮਰਾਹ ਕਰਕੇ ਤੋਰ ਦੇਣਗੇ। ਪਰ ਜਿਹੜਾ ਜਟਕਾ ਸੌਦਾ ਕਹਿੰਦੇ ਆ ਨਾ, ਜਟਕਾ ਸੌਦਾ ਉਹ ਇੱਕੋ ਹੀ ਪੈਂਦਾ ਹੁੰਦਾ। ਫਿਰ ਇਸ ਕਰਕੇ ਉਹ ਮਾਰਨਾ ਪੈਣਾ ਥੋੜਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਨਹੀਂ 8 ਨੂੰ ਵੀ ਤੁਸੀਂ ਥੋੜਾ ਮਾਰਨਾ ਪੈਣਾ, ਤੁਹਾਡੇ ਸਾਹਮਣੇ ਕੀ ਥੋੜਾ ਮਾਰਨਾ ਪਊਗਾ? ਨਹੀਂ ਲੋਕਾਂ ਦੀ ਕੀ ਤਾਕਤ ਹੁੰਦੀ ਆ ਬਈ? ਲੋਕਾਂ ਦੀ ਤਾਕਤ ਇਹੀ ਹੁੰਦੀ ਆ ਨਾ ਬਈ ਭਾਈ ਇੱਥੇ ਬਹਿ ਜਾਓ, ਇਹ ਤੁਹਾਡਾ ਕਰ ਕੀ ਲੈਣਗੇ? ਪਿੱਛੇ 25 ਲੱਖ ਤੁਹਾਡਾ ਬੰਦਾ ਬੈਠਾ ਇੱਥੇ, ਬਈ ਭਾਈ ਅਸੀਂ ਨਾ ਜਾਈਏ, ਆ ਬੈਠੇ ਆ ਉਰੇ, ਨਾ ਤੁਹਾਡੀ ਰੋਟੀ ਮਰਨ ਵਰਤੇ ਬੈਠੇ ਆ, ਲੈ ਕਰ ਲੋ ਕੀ ਕਰ ਲਿਓ। ਸਾਡੇ ਜਿਹੜੀਆਂ ਲੋਕਾਂ ਦੀਆਂ ਜਾਨਾਂ ਜਾਂਦੀਆਂ ਤੇ ਲੀਡਰ ਜਾਂਦੀ ਚਲੇ ਜਾਊ, ਫਿਰ ਕੀ ਹੋ ਜਾਊ? ਮੈਂ ਇਹ ਗੱਲ ਕਹਿਣਾ ਨਾ, ਜਦੋਂ ਰੋਜ਼ 60-70 ਬੰਦੇ 8 ਤੱਕ ਹੋਰ ਡੈਥ ਹੋ ਜਾਏਗੀ, ਤੇ ਤੁਸੀਂ ਕਹਿ ਦਿਓ ਵੀ ਅਸੀਂ ਆਪਣੀ ਜਾਨ ਦਿੰਨੇ ਆ ਭਾਈ, ਆ ਬੈਠੇ ਆ, ਨਾ ਲੰਗਰ ਨਾ ਚਾਹ ਨਾ ਪਾਣੀ, ਜਿੰਨਾ ਚਿਰ ਫੈਸਲਾ ਨਹੀਂ ਕਰਦੇ ਆ ਕਮਰੇ ਚੋਂ ਬਾਹਰ ਨਹੀਂ ਜਾਂਦੇ। ਫਿਰ ਦੇਖਾਂ ਕੀ ਕਰਦੇ ਆ। ਦੇਖੋ ਲੋਕੀ ਕਿਵੇਂ ਇਹਨਾਂ ਦੇ ਦਰਵਾਜ਼ੇ ਨਹੀਂ ਭੰਨਦੇ, ਕਿਵੇਂ ਇਹਨਾਂ ਦੇ ਦਫ਼ਤਰ ਨਹੀਂ ਭੰਨਦੇ, ਤੁਸੀਂ ਦੇਖਿਓ ਹਾਲ ਇਹਨਾਂ ਦਾ ਬਣਦਾ ਕੀ ਆ। ਤੁਸੀਂ ਇੱਥੇ ਧਰਨਾ ਮਾਰ ਕੇ ਬੈਠੇ ਹੋ, ਉੱਥੇ ਬੀਜੇਪੀ ਵਾਲੇ ਤੁਹਾਡੇ ਖਿਲਾਫ ਧਰਨਾ ਮਾਰ ਰਹੇ ਨੇ, ਉਹ ਕਹਿੰਦੇ ਇਹਨਾਂ ਖਿਲਾਫ ਦੇਸ਼ ਧੋੜਾ ਪੱਟਾ ਦੇ ਕੀਤਾ ਜਾਵੇ। ਉਹ ਤਾਂ ਵਿਚਾਰੇ ਬੱਚਿਆਂ ਵਾਲੀਆਂ ਹਰਕਤਾਂ ਕਰ ਰਹੇ ਆ, ਕਿਉਂਕਿ ਬਾਹਰ ਕਿਤੇ ਨਿਕਲ ਨਹੀਂ ਸਕਦੇ। ਉਹ ਪੁਲਿਸ ਦੀ ਪ੍ਰੋਟੈਕਸ਼ਨ 'ਚ ਧਰਨਾ ਲਾ ਕੇ ਬਹਿ ਜਾਂਦੇ ਆ। ਦੇਖੋ ਕਿੰਨੀ ਵਾਰ ਭੱਜੇ ਆ। ਪਹਿਲਾਂ ਅਸ਼ਵਨੀ ਨੇ 2 ਤਰੀਕ ਦੇਤੀ, 2 ਨੂੰ ਭੱਜ ਗਏ, ਫਿਰ ਬੈਠੇ ਹੀ ਨਹੀਂ ਸਟੇਜ ਤੇ ਬੈਠੇ। ਧਰਨਾ ਮਤਲਬ ਹੁੰਦਾ ਆ ਮਿੱਟੀ ਤੇ ਬਹਿਣਾ, ਸਟੇਜ ਲਾ ਕੇ ਮੂਹਰੇ ਲੋਕ ਭਾਸ਼ਣ ਕਰਕੇ ਚਲੇ ਗਏ। ਫਿਰ ਕੱਲ ਫਿਰ ਦੂਜੇ ਨੂੰ ਕਹਿੰਦੇ ਵੀ ਹੁਣ ਮੈਂ ਤਾਂ ਚੱਲਿਆ, ਕਿਉਂਕਿ ਢਿੱਡ ਐਡਾ ਹੈ ਕਿੱਥੇ ਹਜਮ ਕੁਛ ਭੁੱਖੇ ਰਹਿ ਕੇ 1 ਮਿੰਟ ਨਹੀਂ ਕੱਟ ਹੁੰਦਾ। ਫਿਰ ਉਹ ਕੱਲ ਕਹਿ ਗਏ ਵੀ ਮੈਂ ਤਾਂ ਬਹਿਣਾ ਨਹੀਂ, ਉਹ ਜ਼ਿਲ੍ਹਾ ਪ੍ਰਧਾਨ ਤੇ ਲੋਕਲ ਤੁਸੀਂ ਆਪ ਨਿਬੇੜੋ ਲੁਧਿਆਣੇ ਵਾਲੇ। ਕੱਲ ਜਦੋਂ ਬੈਠੇ ਉਹ ਸਾਰੇ ਚੌੜਾ ਬਾਜ਼ਾਰ ਦੂਜੀ ਬਾਜ਼ਾਰ ਵਾਲਿਆਂ ਨੇ ਭਜਾ ਤੇ ਵੀ ਚਲੋ ਨਿਕਲੋ, ਸਾਡੀਆਂ ਦੁਕਾਨਾਂ ਦਾ ਇੱਥੇ ਕੰਮ 15 ਬੰਦੇ ਲੈ ਕੇ ਤੁਸੀਂ ਕਰੋੜਾਂ ਦਾ ਨੁਕਸਾਨ ਕਰਦੇ ਹੋ, ਚਲੋ ਭੱਜੋ। ਉਹਨਾਂ ਨੇ ਉਠਾ ਤੇ। ਅੱਜ ਫੇਰ ਕਿਸੇ ਸੜਕ ਤੇ ਗਲੀ ਮੁਹੱਲੇ 'ਚ ਕੋਈ ਲੱਭਦੇ ਫਿਰਦੇ ਹੋਣੇ ਆ, ਫੇਰ ਕਿਸਾਨਾਂ ਨੇ ਕਿਤੇ ਲੱਭ ਕੇ ਅੱਜ ਕੇ ਰਗੜ ਦੇਣੇ ਆ। ਤੁਹਾਡਾ ਇੱਕ ਬਿਆਨ ਰਿਹਾ ਲਾਸ਼ਾਂ ਦੇ ਢੇਰ ਲਗਾ, ਤੁਸੀਂ ਕਹਿੰਦੇ ਅਸੀਂ ਆਪਣੀਆਂ ਲਾਸ਼ਾਂ ਦੇ ਢੇਰ ਲਗਾ ਦਾਂਗੇ, ਉਹ ਬਿਆਨ ਨੂੰ ਲੈ ਕੇ ਕਾਫੀ ਉਹ ਬੀਜੇਪੀ ਵਾਲੇ ਚਰਚਾ ਕਰ ਰਹੇ ਨੇ ਇਸ ਬਿਆਨ ਨੂੰ। ਦੇਖੋ ਮੈਂ ਇਸ ਦੀ ਕੋਈ ਸਫਾਈ ਨਹੀਂ ਦੇਣੀ ਜੀ। ਜੇ ਨਹੀਂ ਬੀਜੇਪੀ ਵਾਲੇ ਹਟਣਗੇ, ਇਹਨਾਂ ਨੂੰ ਹੋਰ ਕੜਰੇ ਹੱਥੀ ਲਵਾਂਗੇ, ਪੰਜਾਬ ਦੇ ਲੋਕ ਲੈਣਗੇ। ਇਹਨਾਂ ਨੂੰ ਸਫਾਈ ਨਹੀਂ ਮੈਂ ਦੇਣੀ ਕੋਈ। ਪਰਚੇ ਦਰਜ ਮੈਂ ਕਾਹਦੀ ਸਫਾਈ ਦੇਵਾਂ? ਪਰਚਾ ਦਰਜ ਤਾਂ ਕਰਾਈ ਦਿੱਤਾ ਦਿੱਲੀ, ਕਦੇ 2-2 4-4 ਪਰਚੇ ਵੀ ਇੱਕ ਜਗ੍ਹਾ ਤੇ ਹੁੰਦੇ ਆ। ਤੁਸੀਂ ਦਿੱਲੀ ਮੇਰੇ ਤੇ ਪਰਚਾ ਜਿੱਥੇ ਜ਼ੋਰ ਚੱਲਦਾ ਤੁਸੀਂ ਦਰਜ ਕਰਾਤਾ, ਤੇ ਹੋਰ ਹੁਣ ਤੁਸੀਂ ਸ਼ਰਮ ਨਹੀਂ ਆਉਂਦੀ? ਤੁਹਾਨੂੰ ਲੋਕ ਜੁੱਤੀਆਂ ਨਹੀਂ ਮਾਰਨਗੇ? ਇੱਕ ਪਰਚਾ ਤੁਸੀਂ ਮੇਰੇ ਤੇ ਆਹ ਸਾਹਮਣੇ ਥਾਣੇ ਦਰਜ ਕਰਾਤਾ, ਹਿੰਮਤ ਆ ਮੈਨੂੰ ਲੈ ਜਾਓ ਫੜ ਕੇ। ਹੁਣ ਪਰਚਾ ਦੁਬਾਰਾ ਕਿਵੇਂ ਦਰਜ ਹੋ ਜੂ? ਤੁਹਾਨੂੰ ਕੀ ਤੁਸੀਂ ਭਾਲਦੇ ਕੀ ਹੋ? ਜਿਹੜਾ ਕਿਸਾਨਾਂ ਦਾ ਤੁਹਾਡੇ ਤੋਂ ਗੁੱਸਾ ਤੁਹਾਡੇ ਅੰਦਰ ਆ, ਉਹ ਤੁਸੀਂ ਮੇਰੇ ਤੇ ਪਰਚੇ ਦਰਿਆ ਕੱਢਦੇ ਹੋ। ਹੋਰ ਤੁਹਾਡੇ ਕੁਝ ਪੱਲੇ ਹੈ ਨਹੀਂਗਾ। ਇਸ ਕਰਕੇ ਕੋਈ ਗੱਲ ਨਹੀਂ, ਪੰਜਾਬ ਆ ਲੈਣ ਦਿਓ, ਮਸਲਾ ਹੱਲ ਹੋ ਲੈਣ ਦਿਓ। ਫਿਰ ਤੁਹਾਡੇ ਤੇ ਜਿੰਨੇ ਕਿਸਾਨ ਸ਼ਹੀਦ ਹੋਏ ਆ ਸਾਰਿਆਂ ਤੇ ਕੱਲੇ ਤੇ ਮੈਂ 302 ਦਾ ਪਰਚਾ, ਚਾਹੇ ਮੈਨੂੰ ਕੋਰਟ ਜਾ ਕੇ ਨਾ ਦਰਜ ਕਰਾਉਣਾ ਪਵੇ, ਇਹਨਾਂ ਤੇ ਕਤਲ ਦਾ ਮੁਕੱਦਮਾ ਦਰਜ ਕਰਾਊਂ। ਮੇਰੇ ਤੇ ਇੱਕ ਆਦਮੀ ਤੇ ਇਹ ਸਾਰਾ ਗੁੱਸਾ ਕੱਢ ਕੇ ਇੱਕ ਪਰਚਾ ਦਰਜ ਕਰਾ ਕੇ ਆਪਣੀ ਜਿੱਤ ਸਮਝਦੇ ਆ। ਕਰਾ ਲੈਣ ਪਰਚੇ ਦਰਜ। ਵੀ ਸਭ ਤੋਂ ਵੱਧ ਬੀਜੇਪੀ ਤੇ ਕਾਂਗਰਸ ਵੱਲੋਂ, ਕਾਂਗਰਸ ਪਾਰਟੀ ਤੁਸੀਂ ਕਹੇ ਜੀ ਆਗੂ ਜਿਹੜੇ ਸਭ ਤੋਂ ਵੱਧ ਬੀਜੇਪੀ ਦੇ ਤਿੱਖੇ ਹਮਲੇ ਕਰ ਰਹੇ ਹੋ, ਅਸ਼ਵਨੀ ਸ਼ਰਮਾ ਜੀ ਤੇ ਨੱਡਾ ਜੀ ਤੇ, ਉਹ ਕੀ ਗੱਲ ਬਾਕੀ ਕਾਂਗਰਸ ਇੰਨੀ ਜ਼ਿਆਦਾ ਤਿੱਖੇ ਹਮਲੇ ਸ਼ਬਦ ਨਹੀਂ ਬਣ ਕਰ ਰਹੇ ਜਿਹਨੇ ਤੁਸੀਂ ਤਿੱਖੇ ਸ਼ਬਦ ਬਣ ਕਰ ਰਹੇ ਹੋ? ਦੇਖੋ ਮੈਂ ਐਵੇਂ ਝੂਠ ਬੋਲਾਂ, ਕਿਸੇ ਬਾਰੇ ਕਿਸੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ, ਪਰ ਮੈਂ ਨਹੀਂ ਸਮਝਦਾ ਮੇਰੇ ਤੋਂ ਘੱਟ ਕਿਸੇ ਵੀ ਕਾਂਗਰਸੀ ਨੂੰ, ਐਮਐਲਏ ਨੂੰ ਜਾਂ ਐਮਪੀ ਨੂੰ ਦਰਦ ਘੱਟ ਹੋਊਗਾ। ਬਰਾਬਰ ਦਾ ਦਰਦ ਆ। ਅਸੀਂ ਸਾਰੇ ਸਾਥੀ ਆ, ਕੋਈ ਪਿੱਛੇ ਰਹਿ ਕੇ ਲੜਦਾ, ਕੋਈ ਅੱਗੇ ਰਹਿ ਕੇ ਲੜਦਾ, ਇਹ ਆਪਣਾ ਆਪਣਾ ਸੁਭਾਅ ਹੁੰਦਾ ਹਰੇਕ ਦਾ। ਤੇ ਹੁਣ ਮੈਂ ਇਸ ਵੇਲੇ ਜਿਹੜਾ ਇਹ ਪਾਰਲੀਮੈਂਟ ਦੇ ਵਿੱਚ, ਕਿਉਂਕਿ ਬਿੱਲ ਸਾਡੇ ਮੂਹਰੇ ਇਹਨਾਂ ਨੇ ਧੱਕਾ ਕਰਕੇ ਪਾਸ ਕੀਤਾ, ਸਾਨੂੰ ਦਰਦ ਉਹਨਾਂ ਜ਼ਿਆਦਾ ਏ। ਇਸ ਕਰਕੇ ਆ ਡਿੰਪਾ ਜੀ ਬੈਠੇ ਆ, ਔਜਲਾ ਸਾਹਿਬ ਬੈਠੇ ਆ, ਜੀਰਾ ਸਾਹਿਬ ਬੈਠੇ, ਅਸੀਂ ਤਾਂ ਉਧਰ ਬਾਕੀ ਤੁਸੀਂ 2 ਐਮਪੀ ਤੇ ਕੋਲੇ 3 ਐਮਪੀ ਬਾਕੀ ਪੰਜਾਬ ਦੇ ਵੀ ਐਮਪੀ ਆ, ਕੀ ਉਹਨਾਂ ਨੂੰ ਦਰਦ ਨਹੀਂ ਹੈ? ਕਾਂਗਰਸ ਪਾਰਟੀ ਦੇ ਬਾਕੀ ਐਮਪੀ ਨੇ ਉਹਨਾਂ ਨੂੰ ਕੋਈ ਦਰਦ ਨਹੀਂ ਕਿਸਾਨਾਂ ਦਾ? ਦੇਖੋ ਸਾਰੇ ਇਕੱਠੇ ਹੋ ਕੇ ਹਜੇ ਲੜਾਈ ਇਹ ਪਤਾ ਨਹੀਂ ਕਿੰਨੀ ਚੱਲਣੀ ਆ, ਤੇ ਕੀ ਸਟੈਪ ਕਿਹੜੀ ਪਾਰਟੀ ਤੇ ਕਦੋਂ ਲੀਡਰਾਂ ਨੂੰ ਲੈਣਾ ਪੈਣਾ। ਪਰ ਤੁਸੀਂ ਉਹਨੇ ਦੇਖਿਆ ਵੀ ਪੰਜਾਬ ਦਾ ਛੱਡੋ, ਦੇਸ਼ ਦਾ ਹੀ ਕੋਈ ਐਸਾ ਲੀਡਰ ਨਹੀਂ। ਪੰਜਾਬ ਦੇ ਐਮਪੀ ਕਿਉਂ ਨਹੀਂ ਆ ਰਹੇ ਬਾਕੀ ਤੁਹਾਡੇ ਤਿੰਨਾਂ ਤੋਂ ਇਲਾਵਾ? ਦੇਖੋ ਇਹ ਤਾਂ ਹੁਣ ਉਹਨਾਂ ਨੂੰ ਪੁੱਛਣਾ ਪਊਗਾ, ਪੰਜਾਬ ਦੇ ਐਮਪੀ ਜਿਹੜੇ ਨਹੀਂ ਆ ਰਹੇ। ਪਰ ਪਹਿਲੇ ਦਿਨ ਸਾਰੇ ਅਸੀਂ ਇਕੱਠਿਆਂ ਨਹੀਂ ਫੈਸਲਾ ਕਰਕੇ ਇਹ ਧਰਨਾ ਲਾਇਆ ਸੀ। ਪਰ ਇਹ ਗੱਲ ਹੁਣ
ਮੈਂ ਕਿਵੇਂ ਕਹਿ ਸਕਦਾ ਕਿਸੇ ਬਾਰੇ, ਪਰ ਸਾਰੇ ਹੀ ਇਸ ਧਰਨੇ ਵਿੱਚ ਉਹਨਾਂ ਦੀ ਰਜਾਮੰਦੀ, ਅਸੀਂ ਉਹਨਾਂ ਦੀ ਸਮਝ ਲਓ ਰਹਿਨਮਾਈ ਕਰ ਰਹੇ ਹਾਂ। ਮੈਂ ਕਹਿੰਦਾ ਦੇਸ਼ ਦਾ ਸਾਡਾ ਕਾਂਗਰਸ ਦਾ ਕੋਈ CWC ਮੈਂਬਰ ਨਹੀਂ ਐਸਾ ਨਹੀਂ ਆਇਆ, ਸਾਡਾ ਕੋਈ ਜ਼ਿਲ੍ਹਾ ਪ੍ਰਧਾਨ ਸਟੇਟਾਂ ਦਾ ਐਸਾ ਨਹੀਂ ਆਇਆ, ਮਤਲਬ ਜਿਹੜੇ ਸਾਡੇ ਫਰੰਟਲ ਆਰਗੇਨਾਈਜੇਸ਼ਨ ਆ ਉਹ ਸਾਰੀਆਂ ਆ ਰਹੀਆਂ ਰੋਜ਼। ਬਹੁਤ ਵੱਡੀ ਸਪੋਰਟ ਆ ਜਿਹੜੀ। 8 ਤਰੀਕ ਨੂੰ ਮਸਲਾ ਹੱਲ ਨਾ ਹੋਇਆ ਜਿਵੇਂ ਕਾਂਗਰਸ ਪਾਰਟੀ ਤੁਹਾਡੀ ਇੱਥੇ ਧਰਨੇ ਦੀ ਬਾਅਦ ਕੀ ਨਵੀਂ ਰਣਨੀਤੀ ਕੀ ਹੋਊਗੀ? ਨਹੀਂ, ਅੱਜ ਹੀ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਹੁਣੀ। ਇਹ ਰਣਨੀਤੀ ਬਣਾਉਣੀ ਪਊਗੀ। ਇਹ ਖੀਰ ਮੈਨੂੰ ਨਹੀਂ ਲੱਗਦਾ ਇਹ ਸਿੱਧੀ ਉਂਗਲ ਵਾਲੀ BJP ਕੱਢਣ ਦੇਣਗੇ, ਇਹ ਟੇਢੀ ਉਂਗਲ ਕਰਨੀਓ ਪੈਣੀ ਆ ਲੋਕਾਂ ਦੇ ਮੂਹਰੇ। ਯਾਰ ਕੀ ਗੱਲ ਹੁੰਦੀ ਆ ਲੋਕਾਂ ਮੂਹਰੇ, ਆਵਾਮ ਦੀ ਜਿੱਤ ਦੇ ਮੂਹਰੇ ਸਰਕਾਰਾਂ ਤਾਂ ਲੋਕਾਂ ਲਈ ਹੁੰਦੀਆਂ ਯਾਰ। ਤੇ ਦੁਬਾਰਾ ਬਿੱਲ ਬਣਾ ਲਿਓ ਜਿਹੇ ਜਿਹੇ ਵਧੀਆ ਬਣਾਉਣੇ ਉਹਨਾਂ ਦੇ ਕਹੇ ਤੇ, ਪਰ ਜੇਬਾਂ ਇੰਨੀਆਂ ਗਰਮ ਕੀਤੀਆਂ। ਜਿਹੜਾ ਤੁਸੀਂ ਕਹਿੰਦੇ ਹੋ ਨਾ ਮੇਰੇ ਖਿਲਾਫ ਰੋਜ਼ BJP ਵਾਲੇ ਪਰਚੇ, ਉਹ ਡੰਡਾ ਡਾਨੀ ਬਾਨੀ ਦਾ ਚੜਦਾ ਰੋਜ਼। ਬਈ ਬੈਠੋ, ਇਹ ਬੋਲਦਾ, ਇਹਦੇ ਖਿਲਾਫ ਪਰਚੇ ਦਰਜ ਕਰਾਓ, ਇਹਨੂੰ ਠੰਡਾ ਕਰੋ। ਹੋਰ ਉਹਨਾਂ ਨੂੰ ਕੀ ਜਾਂਦਾ ਉਹਨਾਂ ਦਾ? ਉਹ ਸਿਰਫ ਇਸ ਕਰਕੇ ਜਦੋਂ ਜੇਬਾਂ 'ਚ ਰੋਜ਼ ਨੋਟ ਡਿੱਗਦੇ ਆ ਲੁਧਿਆਣੇ ਵਾਲੇ BJP ਵਾਲਿਆਂ ਦੇ, ਪੰਜਾਬ ਦੇ BJP ਵਾਲਿਆਂ ਦੇ ਜੇਬਾਂ ਇੰਨੀਆਂ ਗਰਮ ਕੀਤੀਆਂ ਹੋਈਆਂ ਵੀ ਉਹਨਾਂ ਨੂੰ ਅੱਗ ਲੱਗਦੀ ਆ। ਰੋਜ਼ ਉਹਨਾਂ ਨੂੰ ਪੁੱਛਦੇ ਆ ਵੀ ਇਹ ਤੇ ਪਰਚੇ ਦਰਜ ਹੋਏ ਕਿ ਨਹੀਂ ਇਹਨਾਂ ਤੇ, ਉਹ ਫੇਰ ਭੱਜਦੇ ਆ। ਇਹ ਪੰਜਾਬ ਦੀ ਸਿਆਸੀ ਫਿਜ਼ਾ ਬਦਲ ਨਹੀਂ ਵੀ ਲੋਕ ਜਿੱਦਾਂ ਹੁਣ ਅਕਾਲੀ ਦਲ ਵਾਲੇ ਜਾ ਰਹੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ, ਕਾਂਗਰਸ ਤੋਂ ਵੀ ਇੱਕ ਦੋ ਲੀਡਰ ਗਏ ਪਿੰਡਾਂ ਵਿੱਚ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਵਾ। ਇਹ ਕਿ ਪੰਜਾਬ ਦੀ ਸਿਆਸੀ ਫਿਜ਼ਾ ਕੁਝ ਨਹੀਂ, ਇਹ ਤਾਂ ਦੇਖੋ ਸਿਆਸੀ ਜਿਹੜਾ ਘੋਲ ਹੀ ਹੈ ਨਹੀਂਗਾ। ਇਹ ਤਾਂ ਇਹ 'ਚ ਪਤਾ ਲੱਗੂਗਾ, ਪਰ ਇਹ 'ਚ ਨਤਾਰਾ ਹੋ ਜਾਊਗਾ ਵੀ ਜਿਹੜਾ ਕਿਸਾਨਾਂ ਨਾਲ ਕੌਣ ਖੜਾ, ਕਿਸਾਨਾਂ ਦਾ ਦੁੱਖ ਦਰਦ ਕੌਣ ਕੱਟਦਾ। ਨਹੀਂ, ਕਿਹੜੇ ਮੂੰਹ ਨਾਲ ਪਿੰਡਾਂ ਚਲੇ ਜਾਊਗਾ ਕੋਈ ਵੀ ਬੰਦਾ ਜਿਹੜਾ ਇਸ ਵੇਲੇ ਕਿਸਾਨਾਂ ਦੇ ਨਾਲ ਨਹੀਂ ਬਹਿੰਦਾ। ਜੇ ਉੱਥੇ ਨਹੀਂ ਜਾਂਦੇ ਤੁਸੀਂ ਆਪਣੇ ਘਰ ਦੇ ਬਾਹਰ ਬਹਿ ਜਾਓ, ਆਪਣੇ ਦਫ਼ਤਰਾਂ ਦੇ ਬਾਹਰ ਬਹਿ ਜਾਓ। ਇਹ ਤਾਂ ਮਰਨਾ ਪਊਗਾ ਨਾਲ। ਨਹੀਂ ਫਿਰ ਪਿੰਡਾਂ 'ਚ ਕਿਸੇ ਸ਼ਹਿਰ 'ਚ ਕਿਸੇ ਨੇ ਕੱਲ ਨੂੰ ਵੜਨ ਨਹੀਂ ਦੇਣਾ। ਅਗਲਾ ਕੋਈ ਕਿਹੜੇ ਮੂੰਹ ਨਾਲ ਅਸੀਂ ਗੱਲਾਂ ਕਰਾਂਗੇ? ਅੰਮ੍ਰਿਤਸਰ ਤੋਂ ਆਏ ਬੈਠੇ ਕਾਉਂਸਲਰ ਨੇ, ਚੇਅਰਮੈਨ ਨੇ, ਇਹ ਤਾਂ ਨਾਲ ਮਰਨਾ ਪਊਗਾ। ਜਦੋਂ ਉੱਥੇ ਰੋਜ਼ 90 ਅੱਜ 104 ਸਾਲ ਦੀ ਬੇਬੇ ਉਹ ਇੰਟਰਵਿਊ ਦੇ ਰਹੀ ਆ, ਤੇ ਸਾਨੂੰ ਕੀ ਹੋਇਆ ਹੱਟੇ ਕੱਟਿਆਂ ਨੂੰ? ਬਈ ਰੱਬ ਨੇ ਸਾਨੂੰ ਸਿਹਤਾਂ ਦਿੱਤੀਆਂ, ਅਸੀਂ ਇਹਨਾਂ ਖਾਤਰ ਮਰ ਨਹੀਂ ਸਕਦੇ? ਅਸੀਂ ਕਿਤੇ ਸੱਤਾ ਹੀ ਭੋਗਣੀ ਆ? ਵੱਡੀਆਂ ਗੱਡੀਆਂ ਮਿਲ ਜਾਣ, ਸਿਕਿਉਰਟੀਆਂ ਸਾਨੂੰ ਮਿਲ ਜਾਣ, ਕੋਠੀਆਂ ਮਿਲ ਜਾਣ ਸਰਕਾਰੀ, ਤੇ ਅਸੀਂ ਉਹਦਾ ਆਨੰਦ ਮਾਣੀਏ। ਜਦੋਂ ਸਾਡੇ ਲੋਕਾਂ ਨੂੰ ਲੋੜ ਪਵੇ ਤੇ ਉਦੋਂ ਅਸੀਂ ਕਹੀਏ ਕੋਈ ਨਹੀਂ ਜੀ, ਅਸੀਂ ਤਾਂ ਆਪਣੇ ਘਰਾਂ 'ਚ ਬੈਠੇ ਆ। ਇਹ ਤਾਂ ਮਰਨਾ ਪਊ। ਉਹ ਗੱਲਾਂ ਗਈਆਂ, ਹੁਣ ਲੋਕ ਨਹੀਂ ਬਖਸ਼ਣਗੇ ਜਿਹੜਾ ਨਾਲ ਨਹੀਂ ਖੜੂਗਾ। ਐਂਡ ਤੇ ਬਿੱਟੂ ਜੀ ਜਿਹੜਾ ਬਿੱਲ ਹੈ ਇਹ ਬਿੱਲ ਜੇ ਸੋਧ ਤੁਹਾਡੇ ਹਿਸਾਬ ਨਾਲ ਸੋਧ ਮੰਨ ਲੈਣਾ ਚਾਹੀਦਾ ਕਿ ਰੱਦੀ ਇਹਦਾ ਕੋਈ ਹੱਲ ਹੈ ਜੀ? ਦੇਖੋ ਗੱਲ ਇਹ ਆ, ਜਦੋਂ ਮੈਂ ਬਾਰ-ਬਾਰ ਕਹੀ ਜਾਂਦਾ ਵੀ ਲੀਡਰ ਜਾਂ ਆਪਾਂ ਕੌਣ ਹੁੰਨੇ ਆ ਇਹ ਗੱਲ ਕਰਨ ਵਾਲੇ? ਸਿਆਣੇ ਲੋਕ ਨੇ, ਲੋਕ ਸਰਕਾਰਾਂ ਬਣਾਉਂਦੇ ਆ। ਉਹਨਾਂ ਦਾ ਇਹ ਆ ਵੀ ਭਾਈ ਇਹ ਤਿੰਨੋਂ ਬਿੱਲ ਰੱਦ ਹੋਣੇ ਚਾਹੀਦੇ ਆ, ਤੇ ਉਦੋਂ ਬਾਅਦ ਸਾਨੂੰ ਕਿੰਤੂ ਪਰੰਤੂ ਅਸੀਂ ਕੌਣ ਕਰਨ ਵਾਲੇ ਹੁੰਨੇ ਆ? ਜਦੋਂ ਸਾਨੂੰ ਬਣਾਉਣ ਵਾਲੇ ਉਹ ਨੇ, ਤੇ ਉਹਨਾਂ ਦਾ ਇਹ ਹੁਕਮ ਆ ਵੀ ਇਹ ਵਾਪਸ ਹੋਣ। ਤੇ ਅਸੀਂ ਤਾਂ ਵਾਪਸ, ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ, ਜੋ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਆ, ਅਸੀਂ ਤਾਂ ਉਹਨਾਂ ਦਾ ਅੱਗੇ ਇੱਕ ਸਮਝ ਲਓ ਛੋਟਾ ਜਿਹਾ ਮਾਈਕ ਆ। ਸਾਡੀ ਆਵਾਜ਼ ਪਿੱਛੇ ਉਹ ਕਰੋੜਾਂ ਲੋਕਾਂ ਦੀ ਆਵਾਜ਼ ਆ ਜਿਹੜੀ ਅਸੀਂ ਬੋਲਦੇ ਆ, ਤੇ ਜਿਹੜੀ ਉਹ ਆਵਾਜ਼ ਬੋਲਣਗੇ ਉਹ ਅਸੀਂ ਉੱਚੀ ਕਰਕੇ ਬੋਲਣੀ ਆ। ਤੇ ਉਹ ਵਾਪਸ ਕਰਾਉਣ ਦੀ ਗੱਲ ਆ, ਉਹ ਵਾਪਸ ਨਹੀਂ ਕਰਨਗੇ 8 ਤਰੀਕ ਨੂੰ ਫਿਰ ਹੋਰ ਦੇਖਾਂਗੇ, ਨਹੀਂ ਤਾਂ ਫਿਰ 26 ਤਰੀਕ ਨੂੰ ਪ੍ਰਧਾਨ ਮੰਤਰੀ ਦੇ ਮੂਹਰੇ ਜਾ ਕੇ 26 ਜਨਵਰੀ ਨੂੰ ਉੱਥੇ ਨਾਅਰਾ ਠੋਕਾਂਗੇ। ਇਹ ਸਨ MP ਰਮਨੀਤ ਸਿੰਘ ਬਿੱਟੂ ਜੀ, ਜਿਨ੍ਹਾਂ ਨੇ ਸਾਫ਼ ਤੇ ਸਪਸ਼ਟ ਤੌਰ ਤੇ ਚੇਤਾਵਨੀ ਦੇ ਦਿੱਤੀ ਹੈ ਕਿ 8 ਤਰੀਕ ਨੂੰ ਜਾਂ ਕੋਈ ਮਸਲਾ ਹੱਲ ਨਾ ਹੋਇਆ ਕਿਸਾਨਾਂ ਦਾ ਤਾਂ ਉਸ ਤੋਂ ਬਾਅਦ ਕਾਂਗਰਸ ਨਵੀਂ ਰਣਨੀਤੀ ਬਣਾਊਗੀ ਤੇ 26 ਜਨਵਰੀ ਨੂੰ ਪ੍ਰਧਾਨ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਮੈਂ ਗੁਰਦੀਪ ਸਿੰਘ ਟੱਕਰ, ਦਿੱਲੀ ਤੋਂ। ਸਮੱਸਿਆ ਕੋਈ ਵੀ ਹੋਵੇ, ਜੜ ਤੋਂ ਖਤਮ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਜਿਵੇਂ ਮਨ ਚ ਆਇਆ ਪਿਆਰ, ਪਤੀ ਪਤਨੀ ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ। ਪਿਆਰ ਵਿੱਚ ਧੋਖਾ ਖਾਦੇ ਹੋਏ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ। ਪੰਡਿਤ AK ਸ਼ਾਸਤਰੀ। ਤੁਸੀਂ ਸੰਪਰਕ ਕਰ ਸਕਦੇ ਹੋ 9905 90490।